ਵੈਰੀ ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 9th ਕਲਾਸ ਦੀ ਵਰਕਸ਼ੀਟ ਨੰਬਰ 7 ਸੋਲਵ ਕਰਵਾਵਾਂਗੀ। ਅੱਜ ਦਾ ਸਾਡਾ ਟੌਪਿਕ ਹੈ ਟ੍ਰਾਇੰਗਲਸ, ਤ੍ਰਿਭੁਜਾਂ। ਇੱਕ ਤ੍ਰਿਭੁਜ ਦੇ ਵਿੱਚ 3 ਭੁਜਾਵਾਂ, 3 ਕੋਣ ਅਤੇ 3 ਹੀ ਸਿਖਰ ਬਿੰਦੂ ਹੁੰਦੇ ਹਨ। A triangle has 3 sides, 3 angles and 3 vertices। ਇਹ ਦੋਨੋਂ ਫਿਲਪਸ ਦੇ ਵਿੱਚ ਅਸੀਂ 3 ਫਿਲ ਕਰਾਂਗੇ। ਨੈਕਸਟ ਕੁਐਸਚਨ ਹੈ, ਦੋ ਟ੍ਰਾਇੰਗਲਸ ਗਿਵਨ ਹੈ ABC ਤੇ PQR। ਉਹਨਾਂ ਦੀ ਟਾਈਪਸ ਦੇਖਣੀਆਂ ਸੀ ਕਿ ਕਿਵੇਂ ਦੀਆਂ ਟ੍ਰਾਇੰਗਲਸ ਨੇ। ਟ੍ਰਾਇੰਗਲ ABC ਐਂਡ PQR ਕਿਹੋ ਜਿਹੀਆਂ ਤ੍ਰਿਭੁਜਾਂ ਨੇ। ਬੱਚਿਓ, ਅੱਜ ਸਾਡਾ ਮੇਨ ਜਿਹੜਾ ਟੌਪਿਕ ਹੈ ਉਹ ਇਹੀ ਟੌਪਿਕ ਹੈ ਕਿ ਦੋ ਟ੍ਰਾਇੰਗਲਸ ਦਾ ਅਸੀਂ ਕੰਪੈਰੀਜ਼ਨ ਕਰਨਾ ਹੈ। ਇਹਨਾਂ ਦੇ ਵਿੱਚ ਅਸੀਂ ਕੰਪੈਰੀਜ਼ਨ ਦੇ ਬੇਸਿਸ 'ਤੇ ਅਸੀਂ ਕੁਝ ਰੂਲਸ ਪੜਾਂਗੇ ਜਿਨ੍ਹਾਂ ਨੂੰ ਅਸੀਂ ਕੌਨਗਰੈਂਸੀ ਰੂਲਸ ਕਹਿੰਦੇ ਆ। ਦੋ ਕੋਈ ਟ੍ਰਾਇੰਗਲਸ ਕੌਨਗਰੈਂਟਸ ਉਦੋਂ ਹੁੰਦੀਆਂ ਨੇ ਜਦੋਂ ਉਹਨਾਂ ਦੀਆਂ ਸਾਈਡਸ ਜਾਂ ਕੋਨ, ਕੋਈ ਵੀ 3 ਚੀਜ਼ਾਂ ਇੱਕ ਟ੍ਰਾਇੰਗਲ ਦੀਆਂ ਦੂਸਰੀ ਟ੍ਰਾਇੰਗਲ ਦੀਆਂ 3 ਚੀਜ਼ਾਂ ਦੇ ਇਕੁਅਲ ਆ ਜਾਂਦੀਆਂ ਨੇ। ਹੁਣ ਉਹ 3 ਚੀਜ਼ਾਂ ਕਿਹੜੀਆਂ ਨੇ? ਜਾਂ ਤਾਂ 3 ਸਾਈਡਸ ਹੋਣਗੀਆਂ ਜਾਂ 3 ਐਂਗਲਸ ਦੇ ਵਿੱਚੋਂ ਕਿਹੜੀ ਸਾਈਡ, ਕਿਹੜਾ ਐਂਗਲ ਕਿਹੜੇ ਰੂਲ ਦੇ ਵਿੱਚ ਇਕੁਅਲ ਹੈ। ਆਓ ਪਹਿਲੇ ਸਮਝ ਲੈਂਦੇ ਹਾਂ। ਕੌਨਗਰੈਂਸੀ ਦੇ 4 ਰੂਲਸ ਨੇ। ਫਸਟ ਰੂਲ ਦੇ ਵਿੱਚ ਅਸੀਂ ਕੀ ਪੜਾਂਗੇ? SSS ਰੂਲ। ਇਹਦੇ ਅੰਦਰ ਕੋਈ ਦੋ ਟ੍ਰਾਇੰਗਲਸ ਜਿਨ੍ਹਾਂ ਦੀ ਇੱਕ ਸਾਈਡ ਦੂਸਰੀ ਸਾਈਡ ਦੇ ਬਰਾਬਰ, ਉਸ ਤੋਂ ਬਾਅਦ ਇਹ ਵਾਲੀ ਸਾਈਡ ਇੱਧਰ ਬਰਾਬਰ, ਔਰ ਥਰਡ ਵਾਲੀ ਸਾਈਡ ਜਿਹੜੀ ਹੈ ਉਹ ਥਰਡ ਸਾਈਡ ਦੇ ਬਿਲਕੁਲ ਬਰਾਬਰ ਹੁੰਦੀ ਹੈ। ਇਹਨੂੰ ਅਸੀਂ ਕਵਾਂਗੇ ਭੁਜਾ 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 ਸਰਬੰਗ ਸਮਤਾ ਨਿਯਮ ਜਾਂ SSS ਰੂਲ। ਸੈਕਿੰਡ ਰੂਲ ਹੈ ਜਿਹਦੇ ਵਿੱਚ ਇੱਕ ਜਿਸ ਤਰ੍ਹਾਂ ਲੈਂਥ ਹੈ 5 ਸੈਂਟੀਮੀਟਰ ਦਿੱਤੀ ਹੈ ਪਹਿਲੇ ਟ੍ਰਾਇੰਗਲ ਦੀ, ਦੂਸਰੇ ਟ੍ਰਾਇੰਗਲ ਦੀ ਵੀ 5 ਸੈਂਟੀਮੀਟਰ, ਇੱਕ ਐਂਗਲ ਬਰਾਬਰ ਆ ਰਿਹਾ ਹੈ, ਔਰ ਤੀਸਰੀ ਜਿਹੜੀ ਸਾਈਡ ਹੈ, ਤੀਸਰੀ ਚੀਜ਼ ਇਹ ਵਾਲੀ ਸਾਈਡ RQ ਵਾਲੀ ਸਾਈਡ ਦੇ ਬਰਾਬਰ ਹੈ। ਇਹਦੇ ਵਿੱਚ ਬੱਚਿਓ ਦੋ ਸਾਈਡਸ ਨੇ ਤੇ ਦੋਨਾਂ ਸਾਈਡਸ ਦੇ ਵਿਚਕਾਰ ਵਾਲਾ ਐਂਗਲ ਜਿਹੜਾ ਉਹ ਬਰਾਬਰ ਹੁੰਦਾ ਹੈ। LM ਜਿਹੜਾ ਹੈ ਉਹ PQ ਦੇ ਬਰਾਬਰ ਹੈ, NM RQ ਦੇ ਬਰਾਬਰ ਹੈ, ਔਰ ਦੋਨਾਂ ਦਾ ਐਂਗਲ ਜਿਹੜਾ ਹੈ ਉਹ ਇਕੁਅਲ ਹੈ 45 ਡਿਗਰੀ ਦੇ। ਇਹਨਾਂ ਨੂੰ ਅਸੀਂ ਕਵਾਂਗੇ SAS ਰੂਲ ਜਾਂ ਭੁਜਾ ਕੋਣ ਭੁਜਾ ਰੂਲ। ਨੈਕਸਟ ਰੂਲ ਪੜ੍ਹਦੇ ਹਾਂ ਕੌਨਗਰੈਂਸੀ ਦਾ। ਇਸ ਰੂਲ ਦੇ ਵਿੱਚ ਦੋ ਐਂਗਲਸ ਤੇ ਸੈਂਟਰ ਵਾਲੀ ਉਹਨਾਂ ਦੇ ਵਿਚਕਾਰ ਵਾਲੀ ਜਿਹੜੀ ਭੁਜਾ ਹੈ ਉਹ ਆਪਸ ਦੇ ਵਿੱਚ ਬਰਾਬਰ ਹੁੰਦੀ ਹੈ। ਫਿਰ ਇਹਦੇ ਵਿੱਚ ਬੱਚਿਓ ਦੋ ਐਂਗਲਸ ਆ ਜਾਂਦੇ ਨੇ ਔਰ ਉਹਦੇ ਵਿਚਕਾਰ ਇੱਕ ਸਾਈਡ, ਤੇ ਉਹ ਫਿਰ ਰੂਲਸ ਦਾ ਨਾਮ ਕੀ ਬਣ ਗਿਆ? ASA ਰੂਲ। ਕੋਣ ਭੁਜਾ ਕੋਣ ਸਰਬੰਗ ਸਮਤਾ ਨਿਯਮ, ਦੋ ਐਂਗਲਸ ਤੇ ਇੱਕ ਸਾਈਡ ਵਾਲਾ। ਨੈਕਸਟ ਕਰਾਂਗੇ ਆਪਾਂ ਨੈਕਸਟ ਰੂਲ। ਇਸ ਰੂਲ ਦੇ ਵਿੱਚ ਇੱਕ ਬੱਚਿਓ 90 ਡਿਗਰੀ ਦਾ ਐਂਗਲ ਹੋਏਗਾ, ਇੱਕ 90 ਡਿਗਰੀ ਦਾ ਐਂਗਲ ਦੋਨਾਂ ਦੇ ਵਿੱਚ। ਇੱਕ ਉਹਦੀ ਹਾਈਪੋਟਨਿਊਜ਼ ਵਾਲੀ ਸਾਈਡ ਬਰਾਬਰ ਹੋਏਗੀ, ਹਾਈਪੋਟਨਿਊਜ਼ ਵਾਲੀ ਸਾਈਡ। ਇਹ ਪਹਿਲੇ ਆਲਰੇਡੀ ਬਲੂ ਕਲਰ ਦੇ ਨਾਲ ਬਣੀ ਹੋਈ ਹੈ, ਇਹਨੂੰ ਅਸੀਂ ਬਲੂ ਰਹਿਣ ਦੇਵਾਂਗੇ। ਫਿਰ ਨੀਚੇ ਇੱਕ ਸਾਈਡ ਹੋਰ ਹੈਗੀ ਹੈ AB ਔਰ DE ਜੋ ਕਿ ਇਕੁਅਲ ਹੈ। ਇਟ ਮੀਨਸ ਇਹਦੇ ਵਿੱਚ ਕੀ ਹੈ? ਇਸ ਰੂਲ ਦਾ ਨਾਮ ਹੈ RHS ਰੂਲ। ਇੱਕ ਵਿੱਚ ਰਾਈਟ ਐਂਗਲ ਹੋਵੇ ਮੀਨਸ 90 ਡਿਗਰੀ ਦਾ ਐਂਗਲ ਹੋਵੇ, H ਮੀਨਸ ਹਾਈਪੋਟਨਿਊਜ਼ ਹੋਵੇ ਮੀਨਸ ਕਰਨ ਹਾਈਪੋਟਨਿਊਜ਼ ਵਾਲੀ ਸਾਈਡ, ਔਰ ਇੱਕ ਕੋਈ ਵੀ ਸਾਈਡ ਦੂਸਰੀ ਤ੍ਰਿਭੁਜ ਦੇ ਸਾਈਡਸ ਦੇ ਬਰਾਬਰ ਹੋਵੇ। ਇੱਕ 90 ਦਾ ਐਂਗਲ, ਇੱਕ ਹਾਈਪੋਟਨਿਊਜ਼ ਜਿਹਨੂੰ ਕਰਨ ਵਾਲੀ ਭੁਜਾ ਕਹਿੰਦੇ ਹੈ, ਔਰ ਇੱਕ ਸਾਈਡ। ਹੁਣ ਜਿਹੜੀ ਸਾਈਡ ਬਚੀ ਹੈ ਬੱਚਿਓ ਉਹ ਲੰਬ ਵੀ ਹੋ ਸਕਦੀ ਹੈ, ਆਧਾਰ ਵੀ ਹੋ ਸਕਦੀ ਹੈ, ਕਿਉਂਕਿ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਇੱਕ ਕਰਨ ਤੋਂ ਇਲਾਵਾ ਆਧਾਰ ਤੇ ਲੰਬ ਵੀ ਹੁੰਦਾ ਹੈ। ਇਹਨੂੰ ਅਸੀਂ ਕਵਾਂਗੇ RHS
रूल या समकोण, करण, भुजा, रूल, नियम। इन्हां रूल्स तो इलावा एक होर रूल बच्चों असीं पढ़ांगे इस चैप्टर दे विच SSS, SAS, ASA ते RHS तो इलावा एक होर रूल है AAS मतलब कोण, कोण, भुजा। ਇਹਦੇ ਵਿੱਚ ਕੀ ਹੋਏਗਾ ਬੱਚਿਓ ਕਿ ਦੋ ਕੋਣ ਜਿਹੜੇ ਇਕੱਠੇ ਵੀ ਆ ਸਕਦੇ ਆ ਤੇ ਭੁਜਾ ਜਿਹੜੀ ਆ ਕੋਈ ਵੀ ਹੋ ਸਕਦੀ ਹੈ, ਬਰਾਬਰ ਹੋਵੇ ਤਾਂ ਵੀ ਅਸੀਂ ਕਵਾਂਗੇ ਕਿ ਉਹ ਕੌਨਗਰੈਂਟ ਹੋਣਗੀਆਂ ਟਰਾਇੰਗਲਸ। ਹੁਣ ਅਸੀਂ ਇਸੇ ਬੇਸ 'ਤੇ ਕੁਐਸਚਨਸ ਕਰਾਂਗੇ। ਫੋਰਥ ਕੁਐਸਚਨ, ਫੋਰਥ ਦੇ ਵਿੱਚ ਫਿਲਅਪ ਹੈਗੀ ਹੈ ਕਿ SAS ਰੂਲ ਦੇ ਵਿੱਚ S ਦਾ ਕੀ ਮਤਲਬ ਹੈ? S ਦਾ ਮਤਲਬ ਹੈ ਸਾਈਡ, A ਦਾ ਮਤਲਬ ਹੈ ਐਂਗਲ, S ਦਾ ਮਤਲਬ ਹੈ ਸਾਈਡ। ਪੰਜਾਬੀ ਵਿੱਚ ਇਹਨੂੰ ਅਸੀਂ ਲਿਖਾਂਗੇ ਭੁਜਾ, कोण ते भुजा। नैक्सट है इन ASA, A दा मतलब फिर एंगल, S दा मतलब साइड, A मीन्स एंगल। नैक्सट है सिक्स क्वेश्चन RHS दे विच R दा की मीनिंग है? राइट एंगल मीन्स 90 डिग्री दा कोण। H का मतलब है हाईपोटेन्यूज मतलब करण, हाईपोटेन्यूज। S का मतलब है साइड, S का मतलब है समकोण 90 डिग्री, K का मतलब है करण, अगे एक भुजा। सैवंथ क्वेश्चन, दो ट्राइंगल्स बनिया हुई ने ABC ते PQR, एक किहड़े रूल के अकॉर्डिंग सरबंग सम ने? हुण देखो एंगल एक दिता होया है, ट्राइंगल जिहड़ी है उहदे विच आ वाली साइड इहदे बराबर है, इहदे बराबर, और जिथे दो लाइनस लगियां हुई हैं इत्थे दो लाइनस ने इहदे बराबर है, मतलब दो साइड्स ते एक एंगल वाला, उहदा नाम है SAS रूल। सैकेंड दे विच डायग्राम बनिया होया 90 डिग्री का एंगल है, इधर भी 90 डिग्री का एंगल है, करण वाली साइड करण दे बराबर और एक साइड दे बराबर। इट मीन्स दिस इज RHS नियम, RHS रूल, समकोण, करण, भुजा, रूल। हाँ जी बच्चों, हुण असीं 8th क्वेश्चन करांगे। आ सीगे छोटे छोटे क्वेश्चनस विच कैरी ओनली 1 मार्क। हुण असीं थोड़े वड्डे क्वेश्चनस करांगे ਜਿਹੜੇ ਤੁਹਾਡੇ ਪੇਪਰ ਦੇ ਵਿੱਚ 4 ਨੰਬਰ ਦੇ ਕੁਐਸਚਨਸ ਹੋਣਗੇ। ਉਹਦੇ ਵਿੱਚੋਂ 8th ਕੁਐਸਚਨ ਹੈ, 8th question, AD and BC are equal perpendicular to a line segment AB। AB ਵਿੱਚ ਇੱਕ ਲਾਈਨ ਸੈਗਮੈਂਟ ਹੈ। ਡਾਇਗਰਾਮ ਨੂੰ ਸਮਝੋ ਪਹਿਲੇ। ਡਾਇਗਰਾਮ ਦੇ ਵਿੱਚ AB ਜਿਹੜਾ ਹੈ ਉਹ ਇੱਕ ਲਾਈਨ ਸੈਗਮੈਂਟ ਹੈ ਜਿਹਦੇ ਵਿੱਚ AD ਮਤਲਬ ਇਹ ਵਾਲੀ ਲਾਈਨ और BC ਜਿਹੜੇ ਨੇ ਉਹ ਪਰਪੈਂਡੀਕੂਲਰ ਨੇ AB ਦੇ। ਅਸੀਂ ਸ਼ੋ ਕਰਨਾ ਹੈ, ਅਸੀਂ ਦੱਸਣਾ ਹੈ, ਸਿੱਧ ਕਰਨਾ ਹੈ ਕਿ CD ਜਿਹੜਾ ਹੈ ਇੱਕ ਲਾਈਨ CD ਉਹ AB ਨੂੰ ਦੋ ਬਰਾਬਰ ਭਾਗਾਂ 'ਚ ਵੰਡਦੀ ਹੈ, ਮਤਲਬ ਸਮ ਵਿਭਾਜਿਤ ਕਰਦੀ ਹੈ, ਬਾਈਸੈਕਟ ਕਰਦੀ ਹੈ। ਆਓ ਅਸੀਂ ਇਹਨੂੰ ਕਰਦੇ ਹਾਂ। ਸਭ ਤੋਂ ਪਹਿਲੇ ਦੋਨੋਂ ਟਰਾਇੰਗਲਸ ਦੇ ਵਿੱਚ ਦੋਨੋਂ ਟਰਾਇੰਗਲਸ ਦੇਖਾਂਗੇ। in triangle AOD and triangle BOC। ਹੁਣ ਬੱਚਿਓ ਜੇਕਰ ਅਸੀਂ ਦੋਨਾਂ ਟਰਾਇੰਗਲਸ ਨੂੰ ਸਰਬੰਗ ਸਮ ਪ੍ਰੂਵ ਕਰ ਦਈਏ ਫਿਰ ਉਸ ਤੋਂ ਬਾਅਦ ਅਸੀਂ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ। ਤੇ ਕੋਈ ਵੀ ਦੋ ਟਰਾਇੰਗਲ ਸਰਬੰਗ ਸਮ ਕਿਦੋਂ ਹੋਣਗੀਆਂ? ਜਦੋਂ ਐਟਲੀਸਟ ਉਹਦੀਆਂ ਤਿੰਨ ਚੀਜ਼ਾਂ ਇੱਕ ਦੂਸਰੇ ਦੇ ਬਰਾਬਰ ਹੋ ਜਾਣਗੀਆਂ। ਹੁਣ ਐਂਗਲ ਦੇਖੋ, ਉਹ ਵਾਲਾ ਇੱਧਰ ਵਾਲਾ ਔਰ ਇਹ ਵਾਲਾ ਉਹ ਐਂਗਲ ਆਪਸ ਦੇ ਵਿੱਚ ਕੀ ਨੇ? ਬਰਾਬਰ ਹੈ, ਕਿਉਂਕਿ ਸਿਖਰ ਸਨਮੁਖ ਕੋਣ ਨੇ। ਉਸ ਤੋਂ ਬਾਅਦ 90 ਡਿਗਰੀ ਦਾ ਕੋਣ 90 ਡਿਗਰੀ ਦੇ ਬਰਾਬਰ ਆ ਗਿਆ। ਨੈਕਸਟ AD ਜਿਹੜੀ ਲਾਈਨ ਹੈ, AD ਲਾਈਨ ਪਹਿਲੇ ਗਿਵਨ ਹੈ, ਦਿੱਤੀ ਹੋਈ ਹੈ ਸਟੇਟਮੈਂਟ ਦੇ ਵਿੱਚ ਕਿ AD ਜਿਹੜਾ ਹੈ ਉਹ BC ਦੇ ਬਰਾਬਰ ਹੈਗਾ। ਤਿੰਨ ਚੀਜ਼ਾਂ ਆ ਗਈਆਂ ਸਾਡੇ ਕੋਲ।
तो किहड़े-किहड़े एंगल्स बने? 2 एंगल्स बने, 2 इकट्ठे वाले एंगल्स है, तो असीं लिखांगे ए तो एक साइड एस वाला। इस रूल के अकॉर्डिंग ये दोनों ट्राइंगल्स सरबंगसम हो गईयां, कॉन्ग्रेंट हो गईयां। इस करके फिर असीं अपनी लास्ट ते लिखांगे कि कोई जिहड़ी साइड हैगी आ वो आपस दे विच बराबर होगी। किहड़ी साइड? ਇਹ ਜਿਹੜੀ ओ ए साइड है, इन्हूं बच्चों मैं ग्रीन कलर ना कर रही हाँ। जे सारियां तीन चीज़ां बराबर आ गईयां, ਇਹਦਾ मतलब ओ ए साइड जिहड़ी है तो ओ बी साइड हैगी है वो भी आपस दे विच बराबर है। ते जे दोनों बराबर है इट मीनस सी ते जिहड़ी डी वाली लाइन है वो ए बी नूं 2 बराबर भागां विच वंड रही है, समदुभाजित कर रही है। इनू असी एज इट इज़ लिख लेना, जो असी बोलिया हुणे उन्होंने असी कॉपी के उपर नोट कर लेना। किहड़ी चीज़ है? 3 चीज़ां। एक तो बच्चों एंगल ओ ए ओ बी बराबर है बी ओ सी दे, क्योंकि सिखर सन्मुख कोण आपस दे विच बराबर हुंदे ने। सन्मुख कोण, 2 काटवियां रेखावां जदों एक पॉइंट ते कटदियां ने ते सिखर सन्मुख कोण उन्हां दे बराबर हुंदे ने। दूसरा पॉइंट ए ओ बी एंगल ते एंगल ओ बी सी ये आ गया 90 डिग्री का, जो कि स्टेटमेंट विच या डायग्राम दे विच दिता होया। नैक्सट स्टेटमेंट दे विच गिवन है कि ए डी जिहड़ा है वो बी सी दे बराबर हैगा, ये ऑलरेडी दिता होया। हुण 3 चीज़ां साडे कोल आ गईयां, इन्हां तिन्नां तो बच्चों असीं कह सकते हैं कि आ जिहड़ियां दोनों ट्राइंगल्स ने ए ओ बी ये आपस दे ए ओ डी, दिस इज़ डी, ए ओ डी सरबंग सम ने। हुण सरबंग सम का निशान बनाओ, इज इक्वल टू का निशान उपर है, छोटा जिहा निशान है बना दो। ये दोनों सरबंग सम हो गईयां बी ओ सी दी। जदों दोनों सरबंग सम ने ਇਹਦਾ मतलब है इसलिए ए ओ जिहड़ी लाइन है वो ओ बी दे बराबर हो गई। इस करके रेखाखंड जिहड़ा ए बी है वो सी डी उसनूं समदुभाजित कर रहा है, इसलिए सी डी ए बी नूं समदुभाजित करता है। लास्ट वाली जिहड़ी लाइन है वो असी लिख देवांगे। इट मीनस सी डी बाइसैक्ट ए बी। नैक्सट क्वेश्चन करांगे 9th क्वेश्चन। 9th क्वेश्चन बहुत छोटा जिहा क्वेश्चन हैगा। 2 ट्राइंगल्स दित्तियां होईयां ने, फिर काटवियां रेखावां ने, पर एंगल ए जिहड़ा है वो एंगल बी एंगल ए दे नालों छोटा है। जिहड़ा निशान है इहनूं असीं कहंदे आ लैस देन, ते सी एंगल डी एंगल तो छोटा है। तो असीं दसना है कि जिहड़ी ए डी लाइन है वो बी सी लाइन तो भी छोटी है। हुण ए डी लाइन नूं असीं थोड़ा जिहा ड्रॉ कर लैंदे आ कि असीं की दसना है कि ए डी लाइन जिहड़ी है वो छोटी है, मतलब लैस है किहदे नालों? बी सी लाइन दे नालों। बी सी लाइन का असीं कलर चेंज कर लैंदे आ, इहदा मतलब मोर होएगी ज़्यादा। एक लाइन छोटी है तो एक लाइन वड्डी असीं प्रूव करनी है। सब तो पहले असीं ट्राइंगल देखांगे ए ओ ए बी, इहदे विच एंगल बी एंगल ए तो छोटा है। असीं इत्थे निशान बनावांगे लैस दैन दा। इन्हूं मैं थोड़ा कलर चेंज कर दिन्नी आ ताकि एंगल और लैस दैन दे निशान दा थोड़ा जिहा तुहानूं आइडिया हो जाए। हैगा लैस दैन दा निशान। फिर उस तो बाद नैक्सट देखो, नैक्सट की है, जे एंगल छोटा है तो उहदे जिहड़े सामने वाली भुजा होएगी वो भी छोटी होवेगी। इहदा मतलब ओ ए बी एंगल दे सामने वाली जिहड़ी साइड है वो भी की होएगी? छोटी होवेगी। सामने वाली साइड है ओ ए इज़ लैस दैन ओ बी, क्योंकि छोटे कोण दे सामने वाली भुजा छोटी, सामने वाली भुजा भी छोटी होवेगी। हुण दूसरी ट्राइंगल देखते हैं ओ सी डी दे विच एंगल सी जिहड़ा है वो छोटा है एंगल
डी दे नालों, इस करके ਉਹਦੇ ਸਾਹਮਣੇ ਵਾਲੀ ਭੁਜਾ OD ਜਿਹੜੀ ਹੈ ਉਹ ਛੋਟੀ ਹੋਵੇਗੀ OC ਦੇ ਨਾਲੋਂ। ਤੇ ਲਾਈਨ ਅਸੀਂ ਫਿਰ ਉਹੀ ਲਿਖਾਂਗੇ ਕਿਉਂਕਿ ਛੋਟੇ ਕੋਣ ਦੇ ਸਾਹਮਣੇ ਵਾਲੀ ਭੁਜਾ ਜਿਹੜੀ ਹੈ ਉਹ ਛੋਟੀ ਹੁੰਦੀ ਹੈ। ਹੁਣ ਦੋ ਸਾਡੇ ਕੋਲ ਆ ਗਈਆਂ ਇਕੁਏਸ਼ਨਸ। ਪਹਿਲੀ ਇਕੁਏਸ਼ਨ ਇਹ ਵਾਲੀ, दूसरी इक्वेशन OD वाली। दोनों ਨੂੰ आपस ਦੇ ਵਿੱਚ ऐड करो, ऐड कर ਲੈਂਦੇ ਆ। OA प्लस OD ਲੈਫਟ ਹੈਂਡ ਸਾਈਡ ਵਾਲੇ ਲੈਫਟ ਹੈਂਡ ਸਾਈਡ ਦੇ ਵਿੱਚ ਵਿਚਕਾਰ ਅਸੀਂ ਲੈਸ ਦੈਨ ਦਾ ਨਿਸ਼ਾਨ ਰੱਖਣਾ ਹੈ। ਰਾਈਟ ਹੈਂਡ ਸਾਈਡ ਵਾਲੇ ਰਾਈਟ ਹੈਂਡ ਸਾਈਡ ਦੇ ਵਿੱਚ ਪਲੱਸ ਕਰ ਦੇਣੇ ਆ। ਤੇ ਉਸ ਤੋਂ ਬਾਅਦ OA ਤੇ OD ਮਿਲਾ ਕੇ ਕੀ ਬਣ ਗਿਆ AD। OB ਤੇ OC ਨੂੰ ਪਲੱਸ ਕਰੀਏ, ਐਂਗਲ ਲਾइन हैगी BC। ਇੱਥੇ ਅਸੀਂ ਪਹੁੰਚ ਗਏ, ਇਹ ਸਾਡਾ ਸੀਗਾ ਰਿਜ਼ਲਟ, ਇਹ ਹੈਗਾ ਸੋਲੂਸ਼ਨ। ਇਹੀ ਅਸੀਂ ਬੱਚਿਓ ਸ਼ੋ ਕਰਨਾ ਸੀਗਾ ਕਿ AD ਜਿਹੜਾ ਉਹ BC ਦੇ ਨਾਲੋਂ ਛੋਟਾ ਹੈ। ਹੁਣ ਅਸੀਂ ਨੈਕਸਟ ਕੁਐਸਚਨ ਕਰਦੇ ਹਾਂ। ਇਸ ਕੁਐਸਚਨ ਦੇ ਵਿੱਚ AB ਇੱਕ ਰੇਖਾਖੰਡ ਹੈ, ਇੱਕ ਲਾਈਨ ਸੈਗਮੈਂਟ ਹੈ, P ਉਸ ਦਾ ਮਿਡ ਪੁਆਇੰਟ ਹੈ, D ਤੇ E AB ਦੇ ਇੱਕੋ ਪਾਸੇ ਦੋਨੋਂ ਪੁਆਇੰਟਸ ਨੇ। ਕੁਝ ਚੀਜ਼ਾਂ ਸਾਨੂੰ ਦਿੱਤੀਆਂ ਹੋਈਆਂ ਨੇ ਕਿ BAD AB ਦੇ ਇਕੁਅਲ ਹੈ, ਐਂਗਲ A ਵਾਲਾ ਤੇ B ਵਾਲਾ ਇਕੁਅਲ ਹੈ, ਐਂਗਲ EPA ਇਜ਼ ਇਕੁਅਲ ਟੂ ਐਂਗਲ DPB। ਤੇ ਅਸੀਂ ਦੋ ਚੀਜ਼ਾਂ ਪ੍ਰੂਵ ਕਰਨੀਆਂ ਨੇ ਕਿ ਦੋਨੋਂ ਟਰਾਇੰਗਲਸ ਇਹ ਵਾਲੀਆਂ ਡਾਇਗਰਾਮ ਦੇ ਵਿੱਚ ਦੇਖੋ DAP ਕਿੱਥੇ ਹੈਗਾ, ਉਹਨੂੰ ਅਸੀਂ ਪ੍ਰੂਵ ਕਰਨਾ EBP ਦੇ ਨਾਲ। ਤੇ ਲਾਸਟ ਤੇ ਫਿਰ ਅਸੀਂ ਰਿਜ਼ਲਟ ਤੇ ਪਹੁੰਚਾਂਗੇ ਕਿ AD ਜਿਹੜੀ ਆ ਉਹ BE ਦੇ ਬਰਾਬਰ ਹੋਵੇਗੀ। ਹੁਣ ਇਹਨੂੰ ਬੱਚਿਓ ਅਸੀਂ ਧਿਆਨ ਨਾਲ ਕਰਨਾ ਹੈ, ਥੋੜਾ ਜਿਹਾ ਟ੍ਰਿਕੀ ਕੁਐਸਚਨ ਹੈ, ਥੋੜਾ ਜਿਹਾ ਸਾਨੂੰ ਇੱਕ ਅੱਧਾ ਸਟੈਪ ਇਹਦੇ ਵਿੱਚ ਲਰਨ ਵੀ ਕਰਨਾ ਪੈਣਾ। ਪਹਿਲੀ ਚੀਜ਼ ਐਂਗਲ EPA ਜੋ ਸਾਨੂੰ ਡਾਇਗਰਾਮ ਦੇ ਵਿੱਚ ਦਿਖਾਈ ਦੇ ਰਿਹਾ ਉਹ ਬਰਾਬਰ ਹੈ ਐਂਗਲ DPB ਦੇ। ਨੈਕਸਟ ਦੇਖੋ, ਇਸੇ ਇਕੁਏਸ਼ਨ ਨੂੰ ਅਸੀਂ ਦੋਨਾਂ ਦੇ ਵਿੱਚ ਐਡ ਕਰਾਂਗੇ। ਹੁਣ ਇਸ ਇਕੁਏਸ਼ਨ ਦੇ ਵਿੱਚ ਅਸੀਂ ਇੱਕ ਚੀਜ਼ ਐਡ ਕਰ ਦੇਣੀ ਆ, ਐਡ ਐਂਗਲ DPE ਔਨ ਬੋਥ ਸਾਈਡ। ਦੋਨੋਂ ਪਾਸੇ ਐਂਗਲ DPE ਨੂੰ ਪਲੱਸ ਕਰਾਂਗੇ, ਦੋਨੋਂ ਪਾਸੇ ਪਲੱਸ ਕਰ ਦਿੰਦੇ ਆ। EPA ਪਲੱਸ ਐਂਗਲ DPE ਲੈਫਟ ਹੈਂਡ ਸਾਈਡ 'ਚ ਵੀ ਪਲੱਸ ਕਰ ਦਿਓ ਤੇ ਰਾਈਟ ਹੈਂਡ ਸਾਈਡ ਦੇ ਵਿੱਚ ਵੀ ਪਲੱਸ ਕਰਾਂਗੇ। ਇੱਥੇ ਅਸੀਂ ਲਿਖਾਂਗੇ DPB ਪਲੱਸ DP ਤੇ E। ਨੈਕਸਟ ਦੇਖੋ, ਇਹ ਦੋਨੋਂ ਚੀਜ਼ਾਂ ਮਿਲ ਕੇ ਕੀ ਬਣ ਰਹੀਆਂ ਡਾਇਗਰਾਮ ਦੇ ਵਿੱਚ। ਦੇਖੋ ਇਹਨਾਂ ਦੋਨਾਂ ਚੀਜ਼ਾਂ ਨੂੰ ਅਗਰ ਅਸੀਂ ਮਿਲਾ ਦਈਏ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਦੋਨੋਂ ਕੋਣ ਨੂੰ ਪਲੱਸ ਕਰ ਦਈਏ ਔਰ ਐਂਗਲ ਬਣੇਗਾ DPA ਇਜ਼ ਇਕੁਅਲ ਟੂ ਐਂਗਲ EPB। This is equation number 1। ਹੁਣ ਦੋ ਟਰਾਇੰਗਲਸ ਦੁਬਾਰਾ ਦੇਖੋ, ਕਿਹੜੀਆਂ ਕਿਹੜੀਆਂ ਟਰਾਇੰਗਲਸ। ਇੱਕ ਬੱਚਿਓ ਅਸੀਂ ਲਾਈਨ ਇਹਨੂੰ ਯਾਦ ਰੱਖਣਾ ਹੈ, ਇਹਨੂੰ ਨੰਬਰ 1 ਕਹਿ ਦਿੰਦੇ ਆ। ਦੂਸਰੀ ਦੇਖੋ ਸੈਕਿੰਡ ਸਟੈਪ ਇਹਦਾ ਐਂਗਲ ਟਰਾਇੰਗਲ DAP ਤੇ ਟਰਾਇੰਗਲ EBP ਦੇ ਵਿੱਚ। ਨਾਲ ਨਾਲ ਤੁਸੀਂ ਡਾਇਗਰਾਮ ਦੇ ਵਿੱਚ ਦੇਖੀ ਜਾਓ, ਫਿਰ ਹੀ ਤੁਹਾਨੂੰ ਪਤਾ ਚੱਲੇਗਾ। ਇਸ ਟਰਾਇੰਗਲ ਦੇ ਵਿੱਚ ਕੀ ਸਾਨੂੰ ਪਤਾ ਚੱਲ ਰਿਹਾ ਕਿ AP ਜਿਹੜਾ ਹੈ ਉਹ PB ਦੇ ਬਰਾਬਰ ਹੈ। ਇਹਨੂੰ ਦੂਸਰਾ ਪੁਆਇੰਟ ਕਹੋ। ਉਸ ਤੋਂ ਬਾਅਦ ਤੀਸਰਾ ਪੁਆਇੰਟ ਦੇਖੋ, ਇਹਦੇ ਵਿੱਚ ਇਸੇ ਦੋਨਾਂ ਟਰਾਇੰਗਲਸ ਦੇ ਵਿੱਚ ਇੱਕ ਹੋਰ ਚੀਜ਼ ਬਰਾਬਰ ਹੈਗੀ ਹੈ, ਉਹ ਹੈਗਾ ਐਂਗਲ A ਵਾਲਾ। P ਤੋਂ ਸਟਾਰਟ ਹੋਇਆ, PAD ਵਾਲਾ ਐਂਗਲ PAD ਉਹ ਬਰਾਬਰ ਹੈ PBA ਦੇ PBE ਦੇ। ਇਹ ਸਾਡੇ ਕੋਲ ਬਣੀ ਥਰਡ ਇਕੁਏਸ਼ਨ। ਹੁਣ ਇਹ ਤਿੰਨਾਂ ਇਕੁਏਸ਼ਨਸ ਨੂੰ ਅਗਰ ਅਸੀਂ ਧਿਆਨ ਨਾਲ ਦੇਖੀਏ ਤੇ ਇਹਦੇ ਵਿੱਚ ਦੋ ਐਂਗਲਸ ਤੇ ਇੱਕ ਜਿਹੜੀ ਭੁਜਾ ਹੈ ਉਹ ਬਰਾਬਰ ਹੈ। ਇਹਦਾ ਮਤਲਬ ਕਿਹੜਾ ਰੂਲ ਬਣ ਗਿਆ ਹੈ, ASA ਰੂਲ ਦੇ ਅਕੋਰਡਿੰਗ ਇਹ ਦੋਨੋਂ ਟਰਾਇੰਗਲਸ ਆਪਸ ਵਿੱਚ ਸਰਬੰਗ ਸਮ ਆ ਗਈਆਂ ਤੇ ਇਹਨਾਂ ਦੋਨਾਂ ਨੂੰ ਅਸੀਂ ਇਸ ਨਿਸ਼ਾਨ ਦੇ ਨਾਲ ਲਿਖ ਲਵਾਂਗੇ। ਸਰਬੰਗ ਸਮਤਾ ਦਾ ਨਿਸ਼ਾਨ ਬਣਾਵਾਂਗੇ। ਫਿਰ ਉਸ ਤੋਂ ਬਾਅਦ
दूसरी ट्राइंगल लिखांगे ई बी ते पी। जो दोनों ट्राइंगल्स बच्चों आ गई सरबंग सम हो गई तो यदा मतलब जी ए डी साइड है वो तो बी ई के बराबर अपने आप आ जाएगी। इस करके दोनों जोड़े हैगे पॉइंट साडे प्रूव हो गए। नैक्सट क्वेश्चन करते हैं क्वेश्चन नंबर 10 जो कि ईजी क्वेश्चन है। ये ध्यान रखना सीगा कि दोनों साइड से असी डी पी ई एंगल नूं जोड़ दिता फिर ही असी उत्थे पहले पॉइंट ते पहुँच सकते हैं। नैक्सट बहुत ईजी क्वेश्चन है, जो डायग्राम दे विच लिखिया आ उही असी लिखी जावांगे। एक ट्राइंगल ए बी सी दी है, समकोणी त्रिकोण है मतलब राइट एंगल ट्राइंगल असी ड्रॉ करांगे। ड्रॉ कर ली जिहदे विच एंगल ए 90 डिग्री है, जिथे एंगल बनाना असी 90 डिग्री वाला उत्थे ए लिख देना, बी इत्थे लिख लो, इत्थे सी लिख दो। एंगल बी ते सी पता करना है। एक कंडीशन दी हुई है कि ए बी जिहड़ा है वो ए सी के बराबर है। यह जिहड़ी लाइन है इस लाइन के बराबर है। हुण एक लाइन तो असी स्टेटमेंट तो एक डायग्राम बना लिया। इस डायग्राम दे विच असी बी ते सी नूं लभना है। हुण तुसीं बच्चों देखिया होएगा कि लास्ट तुसीं 8वीं क्लास दे विच भी पढ़िया होएगा, 9th दे विच भी पढ़िया होएगा कि जिहड़ियां बराबर त्रिकोणां दे विच या त्रिभुजां दे विच जिहड़ियां बराबर भुजावां हुंदियां ने उन्हां दे जिहड़े सामने वाले कोण हुंदे ने वाले ये भी आपस च की होणगे बराबर होणगे। इहदा मतलब है एंगल बी जिहड़ा आ वो एंगल सी दे बराबर होवेगा। इनू असीं मान लैने एक्स मान लिया, यह दोनों आ गए एक्स के बराबर। ये पहले 90 डिग्री के बराबर है। यदा मतलब तिना कोणों का जोड़ एंगल ए, एंगल बी ते एंगल सी ये तो 180 डिग्री के बराबर होंदा है क्योंकि ट्राइंगल दी अंदर वाले सारे कोण जोड़े ने वो 180 डिग्री के बराबर होंदे ने। ए एंगल 90 डिग्री दिता है, बी ते सी दोनों बराबर है, दोनों नूं असीं एक्स ते एक्स मान लैंदे हां। एक्स ते एक्स मिल के अगले स्टैप दे विच 2x बन गए। आ जिहड़ा बच्चों 90 सीगा ये दूसरी साइड चला गया, इनू असीं लिख दिता 180 माइनस 90 क्योंकि इधर प्लस का निशान है, दूसरे पासे 90 का बन गया। हुण 2x आ गया 90 के बराबर तो फिर x के बराबर आ जाएगा 90/2 विच इज़ इक्वल टू 45 डिग्री। ਇਹਦਾ मतलब एंगल बी भी 45 डिग्री तो एंगल सी भी 45 डिग्री। ये 7th क्लास का सम सीगा, बहुत ईजी। एक 90 का कोण है, दोवां नूं असीं एक्स मान लिया तो 7th क्लास विच असीं इहदे नाल दे बहुत सारे क्वेश्चनस कीते ने तो दोनों एंगल्स बराबर भी होणगे तो फिर 45 दे होणगे ताकि टोटल जिहड़ा कोण है वो 180 डिग्री आ जाए। एक 90 का, दूसरे फिर दोनों 45 दे होणगे। अगला क्वेश्चन करते हैं 12th क्वेश्चन। इस क्वेश्चन के ए बी सी डी एक सम दो भुजी त्रिभुज है तो असीं एक ड्रॉ कर लेने डायग्राम। सम दो भुजी मतलब आइसोलेस ट्राइंगल बना लेने। एक असीं आइसोलेस ट्राइंगल बना ली जिहदी दोनों साइड्स बराबर है, उसका नाम रख दिता असीं ए बी ते सी, जिहदे विच ए बी ते ए सी जिहड़ियां ने वो बराबर ने। इत्थे असीं थोड़ा जिहा निशान बना लैंदे हां। उस तो बाद लिखिआ कि ए पी जिहड़ा है वो परपेंडिकुलर है बी सी दे। ए पी असीं अपने कोलों बना लैने, ड्रॉ कीती लाइन जिहड़ी बी सी दे उपर परपेंडिकुलर है। असीं दसना है कि एंगल बी ते एंगल सी जिहड़े आपस दे विच बराबर है। ट्राइंगल देख लैंदे हां असीं, दोनों ट्राइंगल्स लाओ। ए पी लाइन बनाउण दे नाल ये जिहड़ा डायग्राम है ये दो ट्राइंगल्स दे विच चेंज हो गया। एक ट्राइंगल है बन गई, एक ट्राइंगल है वाली बन गई। उन्होंने असीं वार वारी देख लवांगे। एंगल ट्राइंगल ए बी पी अते ट्राइंगल ए सी दे विच ए सी पी दे विच ए बी जिहड़ा है वो ए सी दे बराबर है जो कि सानू गिवन है दिता होया। ए पी इज़ इक्वल टू ए पी क्योंकि ये सांझी भुजा दोनों ट्राइंगल्स की कॉमन साइड है। एंगल पी जिहड़ा है वो एंगल पी के बराबर है मतलब ए तो स्टार्ट होके ए पी बी तो दूसरा एंगल ए पी सी, ये भी दोनों आपस दे विच बराबर है क्योंकि दोनों की ने 90 डिग्री दे। इस करके दोनों ट्राइंगल्स
ਸਰਬੰਗ ਸਮ ਹੋਣਗੀਆਂ, ਸਰਬੰਗ ਸਮ ਦਾ ਨਿਸ਼ਾਨ ਬਣਾ ਲਓ। ਜੇ ਦੋਨੋਂ ਟਰਾਇੰਗਲ ਸਰਬੰਗ ਸਮ ਹੋਣਗੀਆਂ ਤੇ ਅਕੋਰਡਿੰਗ ਟੂ CPCT ਰੂਲ ਐਂਗਲ B ਵੀ ਐਂਗਲ C ਦੇ ਬਰਾਬਰ ਹੋਵੇਗਾ। ਇਹਨੂੰ ਤੁਸੀਂ ਐਜ਼ ਇਟ ਇਜ਼ ਹੀ ਲਿਖਣਾ ਹੈ। ਨੈਕਸਟ ਕੁਐਸਚਨ, ਲਾਸਟ ਕੁਐਸਚਨ ਆਫ ਦਿਸ ਵਰਕਸ਼ੀਟ। ਡਾਇਗਰਾਮ ਦੇ ਵਿੱਚ OA ਤੇ OB ਆਪਸ ਦੇ ਵਿੱਚ ਬਰਾਬਰ ਹੈ, OD OC ਦੇ ਬਰਾਬਰ ਹੈ ਤੇ ਅਸੀਂ ਦੋਨੋਂ ਟਰਾਇੰਗਲ ਜਿਹੜੀਆਂ ਸਰਬੰਗ ਸਮ ਪ੍ਰੂਵ ਕਰਨੀ ਹੈ। ਬੇਟਾ ਡਾਇਗਰਾਮ ਦੇ ਵਿੱਚ ਦੇਖੋ ਧਿਆਨ ਨਾਲ, ਸਾਹਮਣੇ ਸਾਰਾ ਕੁਝ ਦਿੱਤਾ ਹੋਇਆ ਕਿ ਦੋਨੋਂ ਟਰਾਇੰਗਲਸ ਕਿਹੜੇ ਰੂਲ ਦੇ ਨਾਲ, ਇੱਕ ਟਰਾਇੰਗਲ ਹੈਗੀ ਹੈ ADO, ਦੂਸਰੀ ਟਰਾਇੰਗਲ ਦੇਖੋ OC ਤੇ B, ਦੋਨਾਂ ਵਿੱਚ ਇਹ ਵਾਲਾ ਐਂਗਲ ਇੱਕ ਐਂਗਲ ਦੇ ਬਰਾਬਰ, ਆਹ ਜਿਹੜੀ ਸਾਈਡ ਹੈ ਇਹਦੇ ਬਰਾਬਰ, ਆਹ ਸਾਈਡ ਇਹਦੇ ਬਰਾਬਰ, ਤੇ ਦੋਨੋਂ ਫਿਰ ਕੀ ਹੋ ਗਈਆਂ, ਸਰਬੰਗ ਸਮ ਹੋ ਗਈਆਂ। ਇਹ ਤੁਸੀਂ ਖੁਦ ਲਿਖੋਗੇ ਤਿੰਨੋਂ ਲਾਈਨਸ, ਇਹ ਦੋਨੋਂ ਸਰਬੰਗ ਸਮ ਹੋ ਗਈਆਂ। ਜਦੋਂ ਦੋਨੋਂ ਸਰਬੰਗ ਸਮ ਹੋ ਗਈਆਂ ਤੇ ਕਿਹੜੀ ਸਾਈਡ ਸਾਡੇ ਕੋਲ ਬਚੀ, BC ਤੇ AD, ਉਹ ਵੀ ਆਪਸ ਦੇ ਵਿੱਚ ਬਰਾਬਰ ਹੋ ਗਏ। ਜੇ BC ਤੇ AD ਆਪਸ 'ਚ ਬਰਾਬਰ ਹੈ, ਸਾਰੀਆਂ ਚੀਜ਼ਾਂ ਆਪਸ 'ਚ ਬਰਾਬਰ ਨੇ, ਤਿੰਨੋਂ ਦੇਖੋ ਸਾਈਡਸ ਬਰਾਬਰ ਹੋ ਗਈਆਂ, ਦੋ ਸਾਈਡਸ ਤੇ ਪਹਿਲੇ ਬਰਾਬਰ ਸੀਗੀਆਂ, ਐਂਗਲ ਵੀ ਬਰਾਬਰ ਹੈ, ਇਹਦਾ ਮਤਲਬ ਫਿਰ BC ਜਿਹੜਾ ਉਹ ਪੈਰਲਲ ਹੈ AD ਦੇ। ਬਸ ਇੰਨਾ ਕੁ ਕੁਐਸਚਨ ਸੀਗਾ ਕਿ ਤਿੰਨੋਂ ਪੁਆਇੰਟ ਅਸੀਂ ਲਿਖ ਲੈਣੇ ਆ। ਕਿਹੜੇ ਵਾਲੇ ਪੁਆਇੰਟ, ਇੱਕ ਇੱਕ ਐਂਗਲ, ਮਤਲਬ ਕਿਹੜੇ ਰੂਲ ਦੇ ਅਕੋਰਡਿੰਗ ਹੋਏ, SAS ਰੂਲ ਦੇ ਅਕੋਰਡਿੰਗ ਇਹ ਦੋਨੋਂ ਟਰਾਇੰਗਲਸ ਕੌਨਗਰੈਂਟ ਆ ਗਈਆਂ। ਫਿਰ ਜਿਹੜੀ ਤੀਸਰੀ ਸਾਈਡ ਬਚੀ ਹੈ BC AD ਦੇ ਬਰਾਬਰ ਆ ਗਈ, ਇਸ ਕਰਕੇ BC ਜਿਹੜੀ ਆ AD ਦੇ ਪੈਰਲਲ ਵੀ ਹੋਵੇਗੀ। ਇਹ ਸੀਗੀ ਬੱਚਿਓ ਅੱਜ ਦੀ ਸਾਡੀ ਵਰਕਸ਼ੀਟ। ਹੁਣ ਅਸੀਂ ਨੈਕਸਟ ਵੀਡੀਓ ਦੇ ਵਿੱਚ ਅਗਲੀ ਵਰਕਸ਼ੀਟ ਨੂੰ ਸੋਲਵ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ।